ਗਿਆਨ ਵਿਹੂਣਾ ਕਥ ਕਥ ਲੂਝੈ। ਗਿਆਨ ਤੋਂ ਵਿਹੂਣਾ ਵਿਅਕਤੀ ਜਿਹੜਾ ਉਹ ਕਥ ਕਥ ਕੇ ਲੋਕਾਂ ਦੇ ਨਾਲ ਬੜੇ ਪ੍ਰਕਾਰ ਦੀਆਂ ਕਥਨੀਆਂ ਕਰ ਕਰਕੇ ਲੂਝੈ, ਝਗੜਦਾ, ਝਗੜੇ ਖੜੇ ਕਰਦਾ, ਉਹ ਵੀ ਹਉ ਵਿੱਚ ਹੀ ਹੈ। ਨਾਨਕ ਹੁਕਮੀ ਲਿਖੀਐ ਲੇਖ। ਹੁਕਮੀ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਮਸਤਕ ਤੇ ਲੇਖ ਲਿਖਿਆ ਜਾਂਦਾ ਹੈ। ਜਿਹਾ ਜਿਹਾ ਲੇਖ ਲਿਖ ਦਿੰਦੇ ਨੇ ਵਾਹਿਗੁਰੂ, ਉਹ ਜਿਹਾ ਰਹਿੰਦਾ ਜੀਵ। ਜਿਹਾ ਵੇਖੈ ਤਿਹਾ ਵੇਖ। ਜਿਹਾ ਜਿਹਾ ਆਪਣੀ ਦ੍ਰਿਸ਼ਟੀ ਨਾਲ ਦੇਖਦਾ ਕਹਿੰਦੇ ਉਹ ਜਿਹਾ ਹੀ ਦਿਖਦਾ ਇਹਨੂੰ। ਜਿਹਾ ਜਿਹਾ ਫਿਰ ਇਹ ਵੀ ਕਹਿੰਦੇ ਨੇ ਜਿਹਾ ਵੇਖੈ ਤਿਹਾ ਵੇਖ। ਜਿਹਾ ਜਿਹਾ ਵੇਖਦਾ ਕਿ ਦੂਜੇ ਨੂੰ ਦੁੱਖ ਹੁੰਦਾ ਹੈ, ਦੂਜੇ ਨੂੰ ਵੀ ਭੁੱਖ ਲੱਗਦੀ ਹੈ, ਦੂਜੇ ਨੂੰ ਵੀ ਗਰਮੀ ਲੱਗਦੀ ਹੈ, ਉਹ ਜਿਹਾ ਆਪਣੇ ਆਪ ਨੂੰ ਵੀ ਵੇਖ ਵੀ ਜਿਹਾ ਜਿਹਾ ਜੀਵ ਆਤਮਾ ਦੂਜਿਆਂ 'ਚ ਉਹ ਜਿਹਾ ਮੇਰੇ ਵਿੱਚ ਹੈ। ਜੇ ਆਪਾਂ ਨੂੰ ਗਰਮੀ ਲੱਗਦੀ ਦੂਜਿਆਂ ਨੂੰ ਵੀ ਲੱਗਦੀ, ਭੁੱਖ ਲੱਗਦੀ ਦੂਜਿਆਂ ਨੂੰ ਵੀ ਲੱਗਦੀ ਹੈ, ਦੁੱਖ ਆਉਂਦਾ ਤਾਂ ਦੂਜਿਆਂ ਨੂੰ ਵੀ ਉਹੀ ਹੈ। ਇਸ ਕਰਕੇ ਆਪਣਾ ਰੂਪ ਦੂਜਿਆਂ 'ਚ ਦੇਖ ਕੇ, ਸਾਰਿਆਂ 'ਚ ਪ੍ਰਮਾਤਮਾ ਨੂੰ ਦੇਖ ਕੇ ਸਾਰਿਆਂ ਤੇ ਦਇਆ ਕਰਨੀ, ਸਾਰਿਆਂ ਨੂੰ ਮੰਨਣਾ, ਇੱਕੋ ਜੈਸੇ ਮੰਨਣਾ ਹਰ ਇੱਕ ਨੂੰ। ਮਹਾਰਾਜ ਕਹਿੰਦੇ ਆਪਣੀ ਹਉਮੈ ਨੂੰ ਸਮਝਣ ਦਾ ਯਤਨ ਕਰੋ, ਪਰ ਸੌਖਾ ਤਰੀਕਾ ਤਾਂ ਸਾਰਿਆਂ ਨਾਲੋਂ ਇਹੀ ਹੈ ਜਿਹੜਾ ਪਹਿਲਾਂ ਦੱਸ ਚੁੱਕੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਾਧ ਸੰਗਤ ਦੇ ਜੋੜੇ ਝਾੜਨੇ ਗੁਣਵੰਤਿਆਂ ਪਾਛਾਰ। ਇੱਕ ਗੁਰਮੰਤਰ ਦਾ ਅਭਿਆਸ ਕਰਨਾ, ਦੂਸਰਾ ਗੁਰਾਂ ਅੱਗੇ ਬੇਨਤੀ ਕਰਨੀ ਕਿ ਮਹਾਰਾਜ ਜੀ ਇਹ ਜਿਹੜੀ ਹਉਮੈ ਨਾ ਅਸੀਂ ਨਹੀਂ ਇਹਨੂੰ ਬਾਹਰ ਕੱਢ ਸਕਦੇ, ਸੱਚੇ ਪਾਤਸ਼ਾਹ ਤੁਸੀਂ ਹੀ ਹਉਮੈ ਸਾਡੇ ਚੋਂ ਬਾਹਰ ਕੱਢੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਕੇ ਸਿੱਖ ਦੇ ਵਿੱਚੋਂ ਹਉਮੈ ਨੂੰ ਬਾਹਰ ਕੱਢ ਦਿੰਦੇ ਨੇ ਤੇ ਸਿੱਖ ਨੂੰ ਐਸਾ ਹੀ ਸਮਝਾਉਂਦੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਜਪ ਹਉਮੈ ਖੋਈ ਵਾਹਿਗੁਰੂ, ਜਪ ਹਉਮੈ ਖੋਈ ਵਾਹਿਗੁਰੂ, ਜਪ ਹਉਮੈ ਖੋਈ ਵਾਹਿਗੁਰੂ ਵਾਹਿਗੁਰੂ। ਸਾਡੀ ਪਾਵਨ ਪਵਿੱਤਰ ਆਸਾ ਦੀ ਵਾਰ ਬਖਸ਼ਿਸ਼ ਕਰ ਰਹੇ ਨੇ। ਹੰਗਤਾ ਦਾ ਪ੍ਰਸੰਗ ਚੱਲ ਰਿਹਾ। ਇਹ ਹਉ, ਇਹ ਜਿਹੜੀ ਹਉ ਹੈ ਨਾ, ਇਸੇ ਨੂੰ ਹੀ ਸਮਝਣਾ ਔਖਾ ਹੈ। ਬਸ ਮਹਾਰਾਜ ਜੀ ਕਹਿੰਦੇ ਨੇ ਹਉਮੈ ਬੂਝੈ ਤਾਂ ਦਰ ਸੂਝੈ। ਇੱਥੇ ਆਮ ਆਪਣਾ ਪ੍ਰਚਲਿਤ ਅਰਥ ਹੁੰਦਾ ਹੈ ਹਉਮੈ ਬੂਝੈ। ਜਿਹੜਾ ਬੰਦਾ ਹਉਮੈ ਨੂੰ ਸਮਝ ਲਵੇ ਫਿਰ ਕਹਿੰਦੇ ਉਹਨੂੰ ਰੱਬੀ ਦਰ ਸੁੱਝ ਪੈਂਦਾ, ਗਿਆਨ ਹੋ ਜਾਂਦਾ ਸੱਚਖੰਡ ਦਾ। ਇੱਥੇ ਅਸਲ ਵਿੱਚ ਬੂਝੈ ਦਾ ਭਾਵ ਇਸ ਤਰ੍ਹਾਂ ਹੈ, ਥੋੜਾ ਜਿਹਾ ਇਸ ਢੰਗ ਨਾਲ ਹੈ, ਹਉਮੈ ਬੂਝੈ। ਹਉਮੈ ਦੇ ਤਾਤਪਰਜ ਨੂੰ ਸਮਝ ਲਵੇ। ਪਹਿਲਾਂ ਤਾਂ ਇਹ ਸਮਝੋ ਬਈ ਹਉਮੈ ਹੈ ਕੀ ਚੀਜ਼। ਆਪਾਂ ਜਿੰਨੇ ਜੀਵ ਹਉਮੈ ਵਿੱਚ ਹੀ ਵਰਤਦੇ ਹਾਂ, ਜੇ ਹਉਮੈ ਨਾ ਹੋਵੇ ਤਾਂ ਇਹ ਕੋਈ ਕਰਮ ਨਹੀਂ ਕਰ ਸਕਦਾ। ਹਉਮੈ ਤੋਂ ਬਿਨਾਂ ਗੱਲ ਬਣਦੀ ਵੀ ਨਹੀਂ, ਪਰ ਹਉਮੈ ਹੋਣ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਵੀ ਨਹੀਂ। ਇਹ ਜਿਹੜਾ ਇੱਕ ਵਖਰੇਵਾਂ ਹੈ ਸਾਡੇ ਅੰਦਰ, ਭਗਤ ਰਵਿਦਾਸ ਜੀ ਨੇ ਇਸ ਵਖਰੇਵੇਂ ਨੂੰ ਦੂਰ ਕੀਤਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ। ਇਹੀ ਚੀਜ਼ ਕਹੀ ਭਗਤ ਜੀ ਨੇ ਕਿ ਜਦੋਂ ਹਉਮੈ ਵਿੱਚ ਐ ਸੀ ਉਦੋਂ ਤੁਹਾਡੇ ਦਰਸ਼ਨ ਨਹੀਂ ਹੁੰਦੇ। ਅਬ ਤੂੰ ਹੀ ਮੈਂ ਨਾਹੀਂ। ਆਪਣਾ ਆਪ ਮੇਟਣਾ ਹੈ। ਭਾਵੇਂ ਵੀ ਆਪਾਂ ਕੁਝ ਵੀ, ਹੁਣ ਆਪਾਂ ਪਾਠ ਵੀ ਭਾਵੇਂ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਤਾਂ ਉਦੋਂ ਆਪਣੇ ਵਿੱਚ ਇਹ ਹੁੰਦਾ ਕਿ ਮੈਂ ਪਾਠ ਕਰ ਰਿਹਾ ਹਾਂ, ਮੈਂ ਸੇਵਾ ਕਰ ਰਿਹਾ ਹਾਂ। ਹਉਮੈ ਵੀ ਦੋ ਤਰ੍ਹਾਂ ਦੀ ਹੈ। ਇੱਕ ਸਥੂਲ ਹਉਮੈ ਹੈ, ਬਾਹਰ ਬਾਹਰ। ਇੱਕ ਸੂਖਮ ਹਉਮੈ ਹੈ,
ਡੂੰਘੇ ਰੋਗ ਦੀ ਤਰ੍ਹਾਂ ਡੂੰਘੀਆਂ ਜੜਾਂ ਹਨ ਇਹਦੀਆਂ। ਜਿੰਨਾ ਅਵਸਥਾ ਉੱਚੀ ਓਨੀ ਹਉਮੈ ਸੂਖਮ ਹੋ ਜਾਂਦੀ ਹੈ। ਹਉਮੈ ਨੂੰ ਪੂਰੇ ਰੂਪ ਵਿੱਚ ਕੱਟਣਾ ਬਹੁਤ ਔਖਾ ਹੈ। ਤਾਂ ਮਹਾਰਾਜ ਕਹਿੰਦੇ ਹਉਮੈ ਨੂੰ ਸਮਝੋ, ਹਉਮੈ ਹੈ ਕੀ। ਫਿਰ ਇੱਕ ਵਾਰ ਉਸ ਦੀ ਵਿਚਾਰ ਕਰੀਏ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ। ਇਹ ਜੀਵ ਹਉ ਵਿੱਚ ਹੀ ਦੁਨੀਆ ਵਿੱਚ ਆਇਆ ਹੈ, ਹੋਰ ਕਿਸੇ ਲੋਕ ਚੋਂ ਆ ਗਿਆ, ਤੇ ਹਉ ਦੇ ਵਿੱਚ ਹੀ ਗਿਆ, ਕਿਸੇ ਹੋਰ ਲੋਕ 'ਚ ਚਲਿਆ ਗਿਆ। ਨਿਰਾਪੁਰਾ ਧਰਤੀ ਉੱਤੇ ਹੀ ਜਨਮ ਨਹੀਂ ਲੈਂਦਾ, ਕਈ ਲੋਕ ਹੋਰ ਵੀ ਨੇ ਜਿੱਥੇ ਚਲਿਆ ਜਾਂਦਾ ਹੈ। ਹਉਮੈ ਵਿੱਚ ਆਇਆ ਹੈ ਤੇ ਹਉਮੈ ਦੇ ਵਿੱਚ ਹੀ ਗਿਆ ਹੈ। ਇਹ ਹੁਣ ਕੋਈ ਗੱਲ ਐਸੀ ਵੀ ਨਹੀਂ ਕਿ ਬਹੁਤ ਮਾੜੀ ਗੱਲ ਹੈ। ਅਸਲ ਵਿੱਚ ਇਹ ਸ਼ੁਰੂ ਵਿੱਚ ਇਸ ਜੀਵ ਵਿੱਚ ਹੈ ਹੀ ਹੈ ਚੀਜ਼। ਜਿਵੇਂ ਖਾਣਾ ਵਿੱਚੋਂ ਹੀਰਾ ਤਾਂ ਮਿਲਦਾ ਹੈ, ਪਰ ਉਹ ਅਣਘੜਤ ਮਿਲਦਾ ਹੈ। ਜਦੋਂ ਹੀਰੇ ਨੂੰ ਘੜ ਲਿਆ ਜਾਂਦਾ ਹੈ ਤਾਂ ਉਹ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਮਨੁੱਖ, ਜਿੰਨੇ ਵੀ ਅਣਘੜਤ ਮਨੁੱਖ ਜਨਮ ਲੈਂਦੇ ਨੇ ਦੁਨੀਆ ਅੰਦਰ, ਉਦੋਂ ਉਹਨਾਂ ਵਿੱਚ ਹਉ ਜ਼ਰੂਰ ਹੁੰਦੀ ਹੈ, ਤੇ ਹਉ ਕਰਕੇ ਜੀਵ ਆਉਂਦਾ ਹੈ। ਪਹਿਲਾਂ ਵੀ ਆਪਾਂ ਵਿਚਾਰ ਕਰ ਲਈ ਵੀ ਸਭਾ ਸੁਸਾਇਟੀ 'ਚ ਆਉਣਾ, ਸੰਗਤ ਵਿੱਚ ਆਉਣਾ, ਕਿਤੇ ਵੀ ਜਦੋਂ ਆਪਣਾ ਆਉਣਾ ਹੁੰਦਾ ਹੈ, ਕਿਸੇ ਵੀ ਥਾਂ ਤੇ ਆਉਣਾ ਹੈ, ਤਾਂ ਉਦੋਂ ਆਪਾਂ ਆਪਣੀ ਹੋਂਦ ਨੂੰ ਜਣਾਉਂਦੇ ਹਾਂ ਕਿ ਮੈਂ ਆ ਗਿਆ ਹਾਂ, ਭਈ ਮੈਂ ਆ ਗਿਆ ਹਾਂ। ਤੇ ਹਉ ਵਿੱਚ ਹੀ ਗਿਆ। ਜਦੋਂ ਜਾਣ ਲੱਗਿਆ ਤਾਂ ਵੀ ਅੱਛਾ ਵੀ ਮੈਂ ਚੱਲਦਾ ਹਾਂ, ਸਭ ਨੂੰ ਮਿਲ ਕੇ ਜਾਂਦਾ, ਇਹ ਵੀ ਹਉ ਵਿੱਚ ਹੀ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹਉ ਵਿੱਚ ਜੰਮਿਆ। ਜਿਹੜਾ ਜਨਮ ਲਿਆ ਹੈ ਇਹ ਵੀ ਹਉ ਕਰਕੇ ਹੀ ਜੰਮਿਆ। ਜੇ ਹਉ ਨਾ ਹੁੰਦੀ ਫਿਰ ਜਨਮ ਹੀ ਨਾ ਲੈਂਦਾ। ਹਉ ਦੇ ਵਿੱਚ ਜੰਮਿਆ ਤਾਂ ਜ਼ਰੂਰ, ਪਰ ਜੰਮ ਕੇ ਹਉਮੈ ਨੂੰ ਨਾਸ਼ ਨਹੀਂ ਕੀਤਾ। ਜੇ ਹਉਮੈ ਦੂਰ ਹੋ ਜਾਂਦੀ ਤਾਂ ਇਹ ਜੀਵ ਆਤਮਿਕ ਤੌਰ ਤੇ ਜਿਉਂਦਾ ਹੋ ਜਾਂਦਾ। ਹੁਣ ਇਹ ਜੀਵ ਨੇ ਹਉਮੈ ਨੂੰ ਦੂਰ ਨਹੀਂ ਕੀਤਾ, ਇਸ ਕਰਕੇ ਹਉ ਵਿੱਚ ਮੁਆ, ਹਉ ਵਿੱਚ ਹੀ ਫਿਰ ਮਰਨਾ ਹੁੰਦਾ ਹੈ। ਹਉਮੈ ਨੂੰ ਨਾਲ ਲੈ ਕੇ ਹੀ ਮਰ ਗਿਆ, ਹਉਮੈ ਨੂੰ ਹੀ ਲੈ ਕੇ ਫਿਰ ਜਨਮ ਲੈ ਲਿਆ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਨੂੰ ਨਹੀਂ ਸਮਝ ਸਕਿਆ ਇਹ ਸਾਰੀ ਜ਼ਿੰਦਗੀ ਕਿ ਮੈਂ ਹਉ ਵਿੱਚ ਹਾਂ, ਤੇ ਹਉ ਦੇ ਵਿੱਚੋਂ ਮੈਂ ਬਾਹਰ ਆਉਣਾ ਕਿਵੇਂ ਹੈ। ਹਉ ਵਿੱਚ ਦਿੱਤਾ, ਇਹਨੇ ਜਿੰਨਾ ਕੁਝ ਦਿੱਤਾ ਹੈ, ਦਾਨ ਦਿੱਤਾ ਹੈ ਜਾਂ ਕਿਸੇ ਨੂੰ ਕੁਝ ਵੀ ਦਿੱਤਾ ਹੈ, ਜਦੋਂ ਆਪਣੇ ਹੱਥੀਂ ਦਿੰਦਾ ਹੈ, ਇਸੇ ਕਰਕੇ ਨਾਂ ਲਿਖਾਉਂਦਾ, ਮੇਰਾ ਉੱਥੇ ਨਾਂ ਲਿਖੋ ਪੱਥਰ ਤੇ, ਪਰਚੀ ਤੇ, ਕਿਤੇ ਵੀ ਪੱਖੇ ਤੇ ਨਾਂ ਲਿਖੋ ਮੇਰਾ, ਕਿਉਂਕਿ ਹਉ ਵਿੱਚ ਦਿੱਤਾ। ਹਰ ਗੱਲ ਜਿਹੜੀ ਵੀ ਦਿੰਦਾ, ਦਾਨ ਵੀ ਕਰਦਾ ਹੈ, ਕੁਝ ਵੀ ਦਿੰਦਾ ਹੈ, ਉਦੋਂ ਵੀ ਹਉ ਦੇ ਸੰਯੁਕਤ ਹੀ ਹੁੰਦਾ ਹੈ। ਪਰ ਇਹਨੂੰ ਸਮਝ ਨਹੀਂ ਕਿ ਮੈਂ ਹਉ ਵਿੱਚ ਹਾਂ। ਸਤਿਗੁਰੂ ਨੂੰ ਪਤਾ ਕਿ ਹਉ ਵਿੱਚ ਕਰਮ ਕਰ ਰਿਹਾ, ਹਉ ਵਿੱਚ ਲਿਆ, ਜੋ ਕੁਝ ਲੈਂਦਾ ਹੈ ਉਹ ਵੀ ਹਉ ਦੇ ਵਿੱਚ ਹੀ ਲੈਂਦਾ ਹੈ। ਕੁਝ ਵੀ ਪਦਾਰਥ ਪ੍ਰਾਪਤ ਕਰਦਾ ਹੈ, ਉਹ ਹਉ ਜਿਹੜੀ ਹੈ। ਜੇ ਦਾਨ ਦਿੱਤਾ ਤੇ ਦਾਨ ਦੇ ਬਦਲੇ ਵਿੱਚ ਸੰਸਾਰ ਤੋਂ ਵਡਿਆਈ, ਵਾਹ ਵਾਹ, ਜਿੰਨਾ ਕੁਝ ਮਿਲਦਾ ਹੈ, ਉਹਦੇ ਵੱਟੇ ਜਿਹੜਾ ਕੁਝ ਵੀ ਮਿਲਿਆ ਇਹਨੂੰ, ਉਹ ਵੀ ਇਹਨੇ ਹਉ ਵਿੱਚ ਹੀ ਲਿਆ ਹੈ। ਭਾਵ ਹਰ ਚੀਜ਼ ਹਉ ਵਿੱਚ ਖੜੀ ਹੈ, ਪਰ ਪਤਾ ਨਹੀਂ ਲੱਗਦਾ। ਬੜੇ ਤੋਂ ਬੜੀ ਅਵਸਥਾ ਵਾਲਿਆਂ ਨੂੰ ਹਉ ਹੋ ਗਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਮੋਹਨ ਜੀ ਕੋਲ ਪੋਥੀਆਂ ਨੇ ਗੁਰਬਾਣੀ ਦੀਆਂ, ਉਹ ਲਿਆ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣਾ ਹੈ, ਕੌਣ ਲੈਣ ਜਾਵੇਗਾ? ਬਾਬਾ ਬੁੱਢਾ ਜੀ ਖੜੇ ਹੋ ਗਏ, ਮੈਂ ਲੈ ਕੇ ਆਉਣਾ ਜੀ। ਮਹਾਰਾਜ ਮੁਸਕਰਾਏ, ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਮੁਸਕਰਾਉਂਦੇ ਕਿਉਂ ਨੇ। ਕਹਿੰਦੇ ਚੰਗਾ ਬਾਬਾ ਜੀ ਲਿਆਓ ਜਾ ਕੇ। ਜ਼ੋਰ ਲਾ ਹਟੇ। ਭਾਈ ਗੁਰਦਾਸ ਨੇ ਵੀ ਇਵੇਂ ਕਿਹਾ ਸੀ, ਮੈਂ ਲਿਆਉਣਾ ਜੀ।
ਹੁਣ ਮਹਾਰਾਜ ਇਹ ਜਾਣਦੇ ਨੇ ਕਿ ਇਹ ਹਉਂ ਵਿੱਚ ਲੈਣ ਚੱਲੇ ਨੇ, ਤੇ ਹਉਂ ਵਿੱਚ ਇਹਨਾਂ ਨੂੰ ਗੁਰਬਾਣੀ ਨਹੀਂ ਮਿਲਣੀ। ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇਹੀ ਚੀਜ਼ ਜਣਾਈ ਹੈ। ਕਿੰਨੀ ਨਿਮਰਤਾ ਨਾਲ ਆਪ ਨੇ ਥੱਲੇ ਕੱਪੜਾ ਵੀ ਨਹੀਂ ਵਿਛਾਇਆ। ਹੁਣ ਤਾਂ ਸੜਕਾਂ ਪੱਕੀਆਂ ਨੇ, ਉਦੋਂ ਤਾਂ ਕੱਚੇ ਰਾਹ ਹੁੰਦੇ ਸੀ, ਮਿੱਟੀ ਹੁੰਦੀ ਸੀ। ਸਤਿਗੁਰੂ ਜੀ ਉਹ ਮਿੱਟੀ ਦੇ ਉੱਤੇ ਹੀ ਬੈਠ ਗਏ, ਉੱਥੇ ਹੀ ਤੰਬੂਰਾ ਪਕੜ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਹਉਂ ਤੋਂ ਰਹਿਤ ਨੇ ਤੇ ਆਪਾਂ ਜੀਵ ਹਉਂ ਦੇ ਵਿੱਚ ਆ। ਤਾਂ ਮਹਾਰਾਜ ਨੇ ਬਾਅਦ ਵਿੱਚ ਕਿਹਾ, ਭਾਈ ਗੁਰਦਾਸ ਬਾਬਾ ਬੁੱਢਾ ਜੀ, ਹਉਂ ਵਿੱਚ ਨਹੀਂ ਕੁਝ ਮਿਲਦਾ। ਤੁਸੀਂ ਦੋਨਾਂ ਨੇ ਇਹ ਵਚਨ ਕੀਤਾ, ਮੈਂ ਲਿਆਵਾਂ ਜੀ। ਮਹਾਰਾਜ ਕਹਿੰਦੇ ਮੈਂ ਵਿੱਚ ਕਦੇ ਕੁਝ ਮਿਲਿਆ? ਇਸ ਕਰਕੇ ਹਉਂ ਦੇ ਵਿੱਚ ਨਹੀਂ ਕੁਝ ਮਿਲਦਾ, ਤਾਈਓਂ ਤਾਂ ਜੀਵ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ। ਹਉਂ ਵਿੱਚ ਖੱਟਿਆ ਜਿੰਨਾ ਕੁਝ ਦੁਨੀਆ ਦੇ ਅੰਦਰ ਨੇ ਖੱਟਿਆ ਕਮਾਇਆ ਹੈ, ਧਨ ਦੌਲਤ ਪਦਾਰਥ, ਉਹਦੇ ਵਿੱਚ ਫਿਰ ਇਹੀ ਗੱਲ ਆ ਜਾਂਦੀ, ਮੈਂ ਖੱਟਿਆ, ਮੈਂ ਕਮਾਇਆ, ਮੈਂ ਬਣਾਇਆ, ਮੈਂ ਲਿਆਇਆ, ਮੈਂ ਕੀਤਾ। ਜੇ ਮੂੰਹ ਵਿੱਚੋਂ ਨਹੀਂ ਬੋਲਦਾ ਤਾਂ ਅੰਦਰੋਂ ਬੋਲਦਾ, ਫਿਰ ਅੰਦਰ ਉਹ ਚੀਜ਼ ਬਣੀ ਰਹਿੰਦੀ ਹਉਂ ਵਾਲੀ। ਹਉਂ ਵਿੱਚ ਗਿਆ, ਜਦੋਂ ਉਹਦਾ ਬਰਬਾਦ ਹੋ ਗਿਆ, ਸਾਰਾ ਕੁਝ ਚਲਿਆ ਗਿਆ, ਖਤਮ ਹੋ ਗਿਆ। ਹਉਂ ਤਾਂ ਉਦੋਂ ਵੀ ਨਹੀਂ ਗਈ, ਇਹ ਹਉਂ ਜਾਂਦੀ ਹੀ ਨਹੀਂ। ਭਾਵੇਂ ਆਪਣੇ ਕੋਲੋਂ ਸਾਰਾ ਕੁਝ ਚਲਿਆ ਜਾਵੇ, ਭਾਵੇਂ ਬੰਦੇ ਨੂੰ ਮਹਾਰਾਜ ਕਹਿੰਦੇ ਤਿਲ ਤਿਲ ਕਰਕੇ ਵੱਢ ਕੇ ਟੋਟੇ ਟੋਟੇ ਕਰਕੇ ਨਾ ਇਹਦੇ ਅੱਗ 'ਚ ਪਾ ਦਿਓ ਇਹਨੂੰ, ਅੱਗ ਦੇ ਵਿੱਚੋਂ ਵੀ ਬੋਲੂਗਾ ਹਉਂ ਹਉਂ। ਮਹਾਰਾਜ ਕਹਿੰਦੇ ਉੱਥੋਂ ਵੀ ਹਉਂ ਦੀ ਆਵਾਜ਼ ਆਉਂਦੀ ਇਹਦੀ। ਤੇ ਫਿਰ ਹਉਂ ਅਸਲ 'ਚ ਕਿਉਂ ਆਉਂਦੀ ਹੈ? ਕਿਉਂਕਿ ਇਹਨੇ ਹਉਮੈ ਨੂੰ ਸਮਝਿਆ ਨਹੀਂ ਕੀ ਚੀਜ਼ ਹੈ ਇਹ। ਹਉਂ ਵਿੱਚ ਸਚਿਆਰ ਕੂੜਿਆਰ, ਜਦੋਂ ਇਹ ਸੱਚਾ ਬਣਦਾ ਜਾਂ ਝੂਠਾ ਬਣਦਾ ਉਦੋਂ ਵੀ ਹਉਂ ਵਿੱਚ ਹੀ ਹੁੰਦਾ ਹੈ। ਇਹ ਜੀਵ ਨੂੰ ਉਦੋਂ ਵੀ ਨਹੀਂ ਸਮਝ ਲੱਗੀ ਕਿ ਮੈਂ ਹਉਂ ਵਿੱਚ ਹਾਂ। ਤਾਈਓਂ ਤਾਂ ਕਈਆਂ ਤੇ ਕਿਰਪਾ ਨਹੀਂ ਹੁੰਦੀ, ਬੜੇ ਵੱਡੇ ਬਣ ਕੇ ਵੀ ਕਿਰਪਾ ਨਹੀਂ ਹੁੰਦੀ, ਫਿਰ ਵੀ ਉਹ ਛੋਟੇ ਹੀ ਰਹਿ ਜਾਂਦੇ ਨੇ। ਆਪਾਂ ਸਮਝਦੇ ਹਾਂ ਵੀ ਸਤਿਗੁਰੂ ਨੇ ਇਹਨੂੰ ਕਿਉਂ ਨਹੀਂ ਪਸੰਦ ਕੀਤਾ, ਜਾਂ ਫਲਾਣੇ ਤੇ ਕਿਉਂ ਨਹੀਂ ਕਿਰਪਾ ਹੋਈ, ਬਾਬਾ ਮੋਹਨ ਜੀ ਤੇ ਕਿਰਪਾ ਨਹੀਂ ਹੋਈ, ਬਾਬਾ ਮੋਹਰੀ ਜੀ ਤੇ ਕਿਉਂ ਕਿਰਪਾ ਹੋ ਗਈ? ਹਉਂ ਦਾ ਤਿਆਗ ਕੀਤਾ ਹੈ। ਹਉਂ ਨੂੰ ਤਿਆਗਣਾ ਬਹੁਤ ਔਖਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਦਾਨ ਕਰੀਏ, ਹੁਣ ਦਾਨ ਕਰ ਦਿੱਤਾ ਜੀਵ ਨੇ, ਪਰ ਦਾਨ ਕਰਕੇ ਗੁਪਤ ਰੱਖਦਾ ਹੈ, ਪਰ ਫੇਰ ਵੀ ਉਹਦਾ ਤਿਆਗ ਨਹੀਂ ਕਰ ਸਕਿਆ। ਤਿਆਗ ਦਾ ਤਿਆਗ ਨਹੀਂ ਕਰ ਸਕਦਾ। ਤਿਆਗ ਦਾ ਤਿਆਗ ਕਰਨਾ, ਹਉਂ ਵਿੱਚ ਪਾਪ ਪੁੰਨ ਵਿਚਾਰ, ਤੇ ਹਉਂ ਦੇ ਵਿੱਚ ਹੀ ਜਿੰਨਾ ਪਾਪ ਅਤੇ ਪੁੰਨ ਦੀ ਵਿਚਾਰ ਕਰਦਾ, ਇਹ ਵੀ ਹਉਂ ਵਿੱਚ ਹੀ ਕਰਦਾ। ਪਾਪ ਵੀ ਹਉਂ ਵਿੱਚ ਕਰਦਾ ਤੇ ਪੁੰਨ ਵੀ ਹਉਂ ਵਿੱਚ ਹੀ ਕਰਦਾ। ਹੁਣ ਬ੍ਰਹਮ ਗਿਆਨੀ ਕੈਸਾ? ਹਉਂ ਤੋਂ ਪਰੇ ਹੋ ਗਿਆ ਜਿਹੜਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਰੈ ਜਗ ਕੋਟਕ ਨਹੀਂ ਪੁੰਨ ਕੋਊ। ਬ੍ਰਹਮ ਗਿਆਨੀ ਕਰੋੜਾਂ ਜੱਗ ਵੀ ਕਰੀ ਜਾਵੇ, ਉਹਨੂੰ ਪੁੰਨ ਲੱਗਦਾ ਹੀ ਨਹੀਂ। ਇਹ ਵੀ ਅਜੀਬ ਗੱਲ ਹੈ। ਹਨੈ ਵਿਪਰ ਕੇਤੇ ਨਹੀਂ ਪਾਪ ਕੋ। ਕਹਿੰਦੇ ਕਰੋੜਾਂ ਬ੍ਰਾਹਮਣ ਮਾਰ ਦੇਵੇ ਬ੍ਰਹਮ ਗਿਆਨੀ, ਉਹਨੂੰ ਪਾਪ ਨਹੀਂ ਲੱਗਦਾ। ਪੁੰਨ ਕਰੀ ਜਾਵੇ ਉਹਨੂੰ ਪੁੰਨ ਨਹੀਂ ਲੱਗਦਾ। ਕਿਉਂ? ਕਿਉਂਕਿ ਉਹ ਹਉਂ ਵਿੱਚ ਨਹੀਂ ਕਰਦਾ ਕੁਛ। ਆਪਾਂ ਜੀਵ ਹਉਂ ਵਿੱਚ ਕਰਨੇ ਕਰਕੇ ਮੈਂ ਇਹ ਕੰਮ ਕੀਤਾ ਹੈ, ਉਹਦਾ ਪਾਪ ਲੱਗ ਗਿਆ, ਕਿਉਂਕਿ ਮੈਂ ਜ਼ਿੰਮੇਵਾਰੀ ਲੈ ਲਈ। ਜਦੋਂ ਪੁੰਨ ਕੀਤਾ ਉਦੋਂ ਮੈਂ ਕਹਿਣਾ ਕਿ ਮੈਂ ਇਹ ਦਾਨ ਕੀਤਾ ਹੈ, ਇਹ ਚੀਜ਼ ਮੈਂ ਦਿੱਤੀ ਹੈ, ਇਹ ਪੈਸੇ ਮੈਂ ਦਿੱਤੇ ਨੇ, ਉਦੋਂ ਆਪਾਂ ਨੂੰ ਉਹਦਾ ਪੁੰਨ ਲੱਗ ਜਾਂਦਾ ਹੈ ਹਉਂ ਦੇ ਵਿੱਚ। ਪਰ ਵਾਸਤਵ ਵਿੱਚ ਇਹ ਪੁੰਨ ਵੀ ਮਾੜਾ ਹੈ, ਕਿਉਂਕਿ ਨਾਮ ਵਾਲੀ ਤਾਂ ਕੋਈ ਗੱਲ ਹੀ ਨਹੀਂ। ਇੱਥੇ ਇਹ ਨਹੀਂ ਸੀ ਕਹਿਣਾ ਕਿ ਮੈਂ ਪੁੰਨ ਕੀਤਾ ਹੈ, ਇੱਥੇ ਤਾਂ ਇਹ ਕਹਿਣਾ ਸੀ ਕਿ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਅਸੀਂ ਉਹ ਵੰਡ ਸਕਦੇ ਹਾਂ। ਇਹ ਪੁੰਨ ਵੱਲ ਨੂੰ ਲੈ ਤੁਰਦਾ ਜੀਵ। ਇਹ ਸਾਰਾ ਕੁਝ ਹਉਂ ਵਿੱਚ ਹੀ ਕਰਦਾ। ਪਾਪ ਤੇ ਪੁੰਨ ਦੀ ਵਿਚਾਰ ਵੀ ਹਉਂ ਵਿੱਚ ਹੀ ਕੀਤੀ ਹੈ। ਹਉਂ ਵਿੱਚ ਨਰਕ ਸੁਰਗ ਅਵਤਾਰ। ਹੁਣ ਜਦੋਂ ਨਰਕਾਂ ਨੂੰ ਗਿਆ, ਉੱਥੇ ਕਿਹੜਾ ਹਉਂ ਛੱਡਦਾ? ਉੱਥੇ ਵੀ ਉਹੀ ਆਕੜ ਰਹਿੰਦੀ ਹੈ, ਮੈਂ ਹਾਂ।
सतगुरु कहते इनू नरकां तक जाके कुट खा के भी ये गल का ज्ञान नहीं होया कि मैं हौं विच हाँ। हौं नूं ही तो मिटना सी ते हौं ही इहदी मिटी नहीं। जे स्वर्गां विच गया फिर तो हौमे का कहना ही की है। उत्थे भी अवतार भाव उतरदा जाके स्वर्गां विच नरकां विच वो चीज़ छड्डी नहीं जिहड़ी सतगुरु छडाउणी चाहुंदे ने। हौं विच हस्सै हौं विच रोवै, हसदा तां भी हौं नाल ही है, जे रोंदा तां भी हौं नाल ही है। हौं बस हर वक्त हौं कहंदा है कि मैं। इसे चीज़ नूं समझना है बैठ के। ये किते छोटी जी गल नहीं, ਇਹਦੀ विचार तो कई दिनों तक ही होंदी रह सकती है कि हौमे की चीज़ है, कित्थों जन्म लैंदी है, किवें ਇਹਦਾ फैसला होवेगा, किवें साडे तो दूर होवेगी। ਇਹਦੇ ਲਈ ਤਾਂ महाराज गुरु ग्रंथ साहिब ਵਿੱਚ कई शब्द उच्चारण कीते ने गुरां ने। हौं विच भरी है हौं विच धोवै। ਇਹ ਜਦੋਂ अपनी मत ਨੂੰ पापां नाल भर रिहा हुंदा है तां भी हौं विच ही भरदा है। उदों भी ਇਹਨੂੰ समझ नहीं कि मैं हौं विच हाँ। ਜਦੋਂ ਧੋ ਰਿਹਾ ਹੁੰਦਾ ਤਾਂ भी हौं विच ਹੁੰਦਾ। ਧੋਤੀ तो ਜਾਂਦੀ ਆ मत, पर हौं नहीं जाती। ये गल विचारन वाली है कि अपनी मत धोती तो गई पर हौं फेर ना गई। हौं विच जाति जिनसी खोव है ते हौं दे विच ही अपनी जाति दी हौमे हुंदी जीव नूं। जिनसी हुंदे ने पदार्थ, इन्हां नूं हौमे दे विच ही जाति नूं ते जिनसी पदार्थां नूं खोंदा है, नाश करदा है, गवा लैंदा है। पर हौं जरूर, हौं फेर नहीं छड्डी। आदत नहीं जाती हौं दी, क्योंकि जन्म तो ही लैके हौं नाल ही तुरी आउंदी है। तो महाराज कहते हौं फेर नहीं छड्डी। जे मूर्ख भी बन गया, हौं विच मूर्ख है तां भी हौं विच है, मैं मूर्ख हाँ। ये भी उहदे अंदर हौं ही है एक प्रकार दी। इत्थे उहनूं फेर नहीं समझ लगी कि मैं हौं विच हाँ। हौं विच सियाणा, जे पढ़ लिख के सियाणा बन गया तां भी हौं विच ही है। हौमे दोवां च बराबरी खड़ी है, भावें वो अनपढ़ है चाहे वो पढ़िया लिखिया है। महाराज कहते उन्हें अनपढ़ता विच हौमे नूं जणाया ते उन्हें पढ़ लिख के हौमे नूं जणाया दोवां नहीं है। पर दोनों नूं ही नहीं समझ लगी कि मैं हौं विच हाँ, क्योंकि मोख मुक्त की सार ना जाना। दोनों जीवां ने बंधन मुक्त जीवन मुक्त होने की सार नूं जाणिया ही नहीं है। किसी ने अज तक हौं नूं निवृत्त करन दा यतन कीता ही नहीं है। मोख जिहड़े पिछले कीते हुए कर्म ने माड़े, उन्हां नूं कट्टना सी, मुक्ति अगे वास्ते लैनी सी, जम्मण मरण तो निकलना सी। जदों तक बंदा मोख मुक्त की सार नहीं समझदा उदों तक हौं विचों बाहर नहीं आ सकता। अपने आप नूं हौं विचों बाहर करना अपने वस विच नहीं है। करनगे तां सतगुरु ही आपां नूं। हौं विच माया हौं विच छाया, हौं दे विच ही आ जिन्ना दृष्टमान नज़र आउंदा माया। कुदरत दिसै, कुदरत सुणीऐ, कुदरत भौ सुखसार, कुदरत पाताली आकाशी, कुदरत सर्व आकार, कुदरत वेद पुराण कुतेबा, कुदरत सर्व विचार, कुदरत खाना पीना पहनण, कुदरत सर्व प्यार, कुदरत जाति जिनसी रंगी, कुदरत जी जहान, कुदरत नेकियां कुदरत बदियां, कुदरत मान अभिमान। ये सारा हौं विच माया है। ये जिन्ना कुछ आपां नज़र आउंदा है, ये सारा कुछ आपां हौं विच ही देखते हैं। जे हौं मुक जाए तो ये माया दिसणों ही हट जाती है। ये ही एक माया का पर्दा ही अगले अगे इसे नूं ही फिर क्लीयर करते हैं। हौं विच छाया, ये जिहड़ी छाया कहंदे इहनूं कहंदे ने अविद्या। ये जिहड़ी जीव नूं अविद्या पै जाती है ना, पर्दा पै जाता माया का, माया की छाया पै गई। कहंदे फलाने बंदे ते फलाने की छां पै गई। हरेक चीज़ की आपो अपनी छावां परछावां हैगा। सो इस करके ये जदों माया की छाया पैंदी जीव के उत्ते, जिवें हुण सूरज के मूहरे बदल आ गया तां इस बदल की छाया बन गई। जिथे जिथे आपां फिरदे हां उत्थे बदल की छाया बन।
ਹੁਣ ਬੱਦਲ ਦੀ ਛਾਇਆ ਪੈ ਗਈ ਤੇ ਸੂਰਜ ਓਹਲੇ ਹੋ ਗਿਆ। ਇਸੇ ਪ੍ਰਕਾਰ ਮਾਇਆ ਦੀ ਛਾਇਆ ਪੈਂਦੀ ਜਦੋਂ ਪਰਮਾਤਮਾ, ਉਦੋਂ ਓਹਲੇ ਹੋ ਜਾਂਦੇ ਨੇ, ਉਦੋਂ ਇਹਨੂੰ ਨਜ਼ਰ ਨਹੀਂ ਆਉਂਦੇ। ਹਉ ਵਿੱਚ ਛਾਇਆ, ਅਵਿਦਿਆ ਵਿੱਚ ਹੋ ਗਿਆ, ਜਦੋਂ ਅਤੀ ਮੂਰਖਤਾ ਵਿੱਚ ਹੋ ਗਿਆ ਤਾਂ ਵੀ ਹਉ ਨਹੀਂ ਗਈ, ਫੇਰ ਵੀ ਨਹੀਂ ਹਉ ਗਈ। ਮਹਾਰਾਜ ਕਹਿੰਦੇ ਹੁਣ ਹਉ ਦੀ ਨਿਵਰਤੀ ਕਿਵੇਂ ਕਰੀਏ? ਕਿਉਂ ਤਾਂ ਹਉ ਤਾਂ ਖਹਿੜਾ ਹੀ ਨਹੀਂ ਛੱਡ ਰਹੀ ਆਪਣਾ। ਹਉਮੈ ਕਰ ਕਰ ਜੰਤ ਉਪਾਇਆ, ਇਹ ਹਉਮੈ ਹੀ ਕੀਤੀ ਜੀਵਾਂ ਨੇ, ਬਾਰ-ਬਾਰ ਹਉਮੈ ਕੀਤੀ, ਤਾਈਓਂ ਤਾਂ ਪ੍ਰਮਾਤਮਾ ਨੇ ਇਹਨੂੰ ਫੇਰ ਜਨਮ ਦੇਤਾ, ਫੇਰ ਜਨਮ ਦੇਤਾ, ਫੇਰ ਜਨਮ ਦੇਤਾ। ਪਰਮਾਤਮਾ ਇਹ ਕਹਿੰਦੇ ਨੇ ਕਿਸੇ ਜਨਮ ਵਿੱਚ ਤਾਂ ਹਉ ਨੂੰ ਸਮਝੂਗਾ, ਪਰ ਹਉ ਨੂੰ ਨਹੀਂ ਸਮਝ ਸਕਿਆ ਜੀਵ। ਬਾਕੀ ਦੀਆਂ ਗੱਲਾਂ ਤਾਂ ਆਪਣੀਆਂ ਸਾਰੀਆਂ ਠੀਕ ਹੈ, ਜਿੰਨਾ ਕੁਝ ਆਪਾਂ ਕਰਦੇ ਹਾਂ ਦੁਨੀਆ 'ਚ, ਪਰ ਆਹ ਮਸਲਾ ਬੜਾ ਵੱਡਾ ਹਉਮੈ ਦਾ। ਹਰੇਕ ਕੰਮ ਆਪਣਾ ਹਉ ਵਿੱਚ ਹੋ ਰਿਹਾ ਹੈ। ਕੋਈ ਇੱਕ ਅੱਧਾ ਰੱਬ ਦਾ ਪਿਆਰਾ ਹਉ ਤੋਂ ਨਿਵਰਤ ਹੋ ਕੇ ਦੁਨੀਆ ਅੰਦਰ ਵਿਚਰਦਾ, ਨਹੀਂ ਤਾਂ ਇਹਦੀ ਛਾਇਆ ਤੋਂ ਕੋਈ ਬਚਿਆ ਨਹੀਂ ਹੁਣ ਤੱਕ। ਹਉ ਤੋਂ ਨਹੀਂ ਬਾਹਰ ਹੋ ਸਕਿਆ ਜੀਵ, ਸਾਰੇ ਹੀ ਹਉ ਦੇ ਵਿੱਚ ਆਏ, ਸਭ ਹਉ ਵਿੱਚ। ਤਾਈਓ ਤਾਂ ਬਾਬਾ ਬੁੱਢਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਥੋੜੀ ਥੋੜੀ ਈਰਖਾ ਜੀ ਹੋਣ ਲੱਗ ਪਈ ਸ਼ੁਰੂ 'ਚ, ਬਾਬਾ ਲਹਿਣਾ ਦੇ ਰੂਪ ਵਿੱਚ। ਬਈ ਮੈਂ ਇੰਨਾ ਪੁਰਾਣਾ, ਮੈਂ ਇਸ ਤਰ੍ਹਾਂ ਸੇਵਾਦਾਰ, ਬਚਨ ਮੰਨਣ ਵਾਲਾ, ਆਹ ਜਿਹੜਾ ਨਵਾਂ ਬਾਬਾ ਆਇਆ ਬਾਬਾ ਲਹਿਣਾ, ਇਹਨੂੰ ਬੜਾ ਸਤਿਕਾਰ ਦਿੰਦੇ ਮਹਾਰਾਜ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕੌਤਕ ਵਰਤਾਇਆ, ਕਈ ਵਾਰੀ ਕੌਤਕ ਵਰਤਾ ਕੇ ਬਾਬਾ ਜੀ ਨੂੰ ਹਉ ਚੋਂ ਬਾਹਰ ਕੱਢਿਆ। ਸ਼ੁਰੂ 'ਚ ਤਾਂ ਆਪਾਂ ਇਹ ਠੀਕ ਹੈ ਕਿ ਉਹਨਾਂ ਦੀ ਆਪਸ ਵੱਡਿਆਂ ਦੀਆਂ ਵੱਡੀਆਂ ਗੱਲਾਂ ਸਾਡੇ ਲਈ ਤੇ ਬਾਬਾ ਜੀ ਸਤਿਕਾਰਯੋਗ ਨੇ, ਪਰ ਫਿਰ ਵੀ ਤਾਂ ਗੁਰੂ ਨਾਨਕ ਦੇਵ ਜੀ ਲਈ ਤਾਂ ਫਿਰ ਉਹਨਾਂ ਦੇ ਸਿੱਖ ਹੀ ਨੇ ਨਾ। ਮਹਾਰਾਜ ਨੇ ਕਈ ਵਾਰੀ ਇਸ ਹਉ ਨੂੰ ਦੂਰ ਕੀਤਾ, ਭਾਈ ਗੁਰਦਾਸ ਦੀ ਹਉ ਨੂੰ ਦੂਰ ਕੀਤਾ। ਭਾਈ ਜੋਗਾ ਸਿੰਘ ਨੂੰ ਹਉ ਹੋ ਗਈ ਸਿੱਖੀ ਦੀ, ਲਾਵਾਂ ਦੇ ਉੱਤੇ ਫੇਰੇ ਲੈਂਦਿਆਂ ਲੈਂਦਿਆਂ ਜਦ ਜਾ ਕੇ ਸਿੱਖ ਨੇ ਹੁਕਮਨਾਮਾ ਫੜਾਇਆ, ਤੀਜੀ ਲਾਮ ਦੇ ਵਿੱਚ ਘੁੰਮਦਾ ਹੋਇਆ ਹੁਕਮਨਾਮਾ ਉੱਥੇ ਹੀ ਦੇਤਾ। ਬਸ ਭਾਈ ਜੋਗਾ ਸਿੰਘ ਕਹਿੰਦਾ ਮੇਰੇ ਵਰਗਾ ਸਿੱਖ ਨਹੀਂ ਹੋਇਆ ਅੱਜ ਤੱਕ। ਬਸ ਉਲਟਾਤਾ ਉੱਥੇ ਹੀ ਮਹਾਰਾਜ ਜੀ ਨੇ। ਕਿਉਂ? ਮਹਾਰਾਜ ਨੇ ਤਾਂ ਹਉਮੈ ਕੱਢਣੀ ਸੀ। ਤਾਂ ਸਤਿਗੁਰੂ ਕਹਿੰਦੇ ਨੇ ਹਉਮੈ ਬੂਝੈ। ਜੇ ਕੋਈ ਬੰਦਾ ਹਉਮੈ ਦੇ ਭਾਵ ਨੂੰ ਸਮਝ ਲਵੇ ਵੀ ਹਉਮੈ ਹੈ ਕੀ, ਹਉਮੈ ਦੀ ਬੁਝਾਰਤ ਨੂੰ ਨਹੀਂ ਕੋਈ ਸਮਝ ਸਕਿਆ। ਇਹੀ ਬੁਝਾਰਤ ਆਪਾਂ ਨੂੰ ਖਰਾਬ ਕਰ ਰਹੀ ਕਿ ਆਪਾਂ ਹਉਮੈ ਦੀ ਬੁਝਾਰਤ ਨੂੰ ਨਹੀਂ ਅੱਜ ਤੱਕ ਸਮਝਿਆ ਕਿ ਹਉਮੈ ਕਿਹਨੂੰ ਲਿਖਿਆ। ਤਾਂ ਦਰ ਸੂਝੈ, ਸੂਝਾ ਹੁੰਦਾ ਸੂਝਵਾਨ ਹੋਣਾ, ਗਿਆਨਵਾਨ ਹੋਣਾ ਦਰ ਦਾ। ਤਾਂ ਉਹ ਸੱਚਖੰਡ ਦਾ ਰੱਬੀ ਦਰ ਦਾ ਗਿਆਨਵਾਨ ਜੀਵ ਹੁੰਦਾ ਜੇ ਉਹਨੂੰ ਹਉਮੈ ਸਮਝ ਪੈ ਜਾਏ ਕਿ ਹਉਮੈ ਕੀ ਹੈ। ਗਿਆਨ ਵਿਹੂਣਾ ਕਥ ਕਥ ਲੂਝੈ, ਇਹ ਜੀਵ ਹੈ ਹਉਮੈ ਦੇ ਵਿੱਚ ਤੇ ਗਿਆਨ ਤੋਂ ਖਾਲੀ ਹੈ। ਲੋਕਾਂ ਦੇ ਨਾਲ ਲੂਝਦਾ ਹੈ, ਫਾਲਤੂ ਦੇ ਬਾਦ ਵਿਵਾਦ ਕਰਦਾ ਹੈ, ਇੱਥੇ ਆਹ ਗੱਲ ਕਥਨ ਕਰਦਾ ਹੈ, ਇੱਥੇ ਉਹ ਗੱਲ ਕਥਨ ਕਰਦਾ ਹੈ। ਦੋ ਪ੍ਰਕਾਰ ਦੇ ਗਿਆਨਵਾਨ ਨੇ ਦੁਨੀਆ 'ਚ। ਇੱਕ ਤਾਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕਾਫੀ ਇੱਧਰ ਉੱਧਰੋਂ ਸਟੱਡੀ ਕਰਦੇ ਨੇ, ਉਹਨਾਂ ਨੂੰ ਉਹ ਭਗਤੀ ਨਾਲ ਕੋਈ ਮਤਲਬ ਨਹੀਂ। ਉਹਨਾਂ ਤਾਂ ਬਰਾਬਰ ਬਰਾਬਰ ਦੀਆਂ ਪੰਗਤੀਆਂ ਲੱਭੀਆਂ ਬਸ, ਵੀ ਆਹ ਪੰਗਤੀ ਇੱਥੇ ਇਹ ਲਿਖੀ ਹੈ, ਇਹਦਾ ਜਵਾਬ ਫਲਾਣੇ ਥਾਂ ਲਿਖਿਆ। ਉਹਨੂੰ ਤੋਤੇ ਵਾਂਗੂ ਰੱਟਾ ਲਾ ਕੇ ਸੰਗਤ ਸੁਣਾਉਂਦੇ ਆ। ਅਸਲ ਵਿੱਚ ਪਤਾ ਉਹਨੂੰ ਵੀ ਨਹੀਂ। ਉਹ ਕਥ ਕਥ ਲੂਝੈ, ਉਹ ਕਈ ਤਰ੍ਹਾਂ ਦੇ ਝਗੜੇ ਕਰਦਾ ਹੈ। ਸਹੀ ਅਰਥ ਦਾ ਨਿਤਾਰਾ ਹੁੰਦਾ ਨਹੀਂ ਕਿਸੇ ਕੋਲੋਂ, ਕਿਉਂਕਿ ਗੁਰਬਾਣੀ ਤਾਂ ਮਹਾਰਾਜ ਦੀ ਇਤਨੀ ਡੂੰਘੀ ਹੈ। ਜੇ ਮਹਾਰਾਜ ਆਪ ਹੀ ਇਹਦਾ ਵਿਸਥਾਰ ਕਰਨਗੇ ਤਾਈਓ ਪਤਾ ਲੱਗੂਗਾ ਆਪਾਂ ਨੂੰ, ਨਹੀਂ ਤਾਂ ਹਰ ਗੱਲ ਦਾ, ਹਰ ਪੰਕਤੀ ਦਾ ਵਿਚਾਰ ਸਧਾਰਨ ਬੁੱਧੀ ਦੀ ਸਮਝ ਵਿੱਚ ਨਹੀਂ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰ ਨਾਨਕ ਹੁਕਮੀ ਲਿਖੀਆ ਲੇਖ, ਇਹ ਜੀਵ ਦੇ ਮਸਤਕ ਤੇ ਅਕਾਲ ਪੁਰਖ ਦੇ ਹੁਕਮੀ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਹਉਮੈ ਦਾ ਲੇਖ ਲਿਖਿਆ ਜਾਂਦਾ ਹੈ। ਇੰਨਾ ਚਿਰ ਇਹਦੇ ਵਿੱਚ ਹਉਮੈ ਰਹੇਗੀ, ਇੰਨਾ ਚਿਰ ਇਹ ਇੰਨਾ ਦੁੱਖ ਪਾਏਗਾ। ਇਹ ਹਉ ਦਾ ਵੀ ਲੇਖ ਬਣ ਜਾਂਦਾ ਹੈ, ਹੁਕਮ ਦੇ ਵਿੱਚ ਹੀ ਲੇਖ ਲਿਖਿਆ ਜਾਂਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜਵਾਬ ਇਹ ਨਾ ਇੰਨੀ ਪੰਕਤੀ 'ਚ ਹੀ ਹੈ ਬਸ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜੇ ਕੋਈ ਹੁਕਮ ਨੂੰ ਬੁੱਝ ਲਵੇ ਪਰਮਾਤਮਾ ਦੇ ਤਾਂ ਹਉਮੈ ਨੂੰ ਕਹਿੰਦਾ ਹੀ ਨਹੀਂ।
क्योंकि हौं विच आया हौं विच गया। कहते ये जिहड़ा हौं विच कहंदा ना, मैं हौं विच आया मैं गया, इत्थे गुरमुख नहीं आऊं कहंदे हैं। वो कहंदे हुक्म विच आया, हुक्म विच चलिया, हुक्म विच जम्मिया, हुक्म विच मरिया, हुक्म विच ही आ दिता, हुक्म विच ही लिया। भाणे विच आया, भाणे विच चलिया, भाणे विच जम्मिया, भाणे विच मरिया। और गुरमुख ने गल ही बदल दी, सारी गल बदल दी। मनमुख नूं नहीं समझ लगी। पर महाराज कहने जिहा वेखै तिहा वेख। जिहा जा तो दुनिया नूं वेखदा, उहा जिहा सर्वेखण हो जांदा तेरा। जिहियां जिहियां अखां नाल तूं देखदा। द्रोणाचारी ने कहा भी सारे पिंड विच कोई माड़ा बंदा लभ के लिया। युधिष्ठिर नूं कहा, वो सारे पिंड विच लभ्या, कोई माड़ा बंदा ही नहीं मिलिया। कहने महाराज कोई माड़ा बंदा है ही नहींगा। वो कहने तेरी निगाह ही असल चंगी है, तैनूं कोई माड़ा लगदा ही नहीं, क्योंकि तू खुद बड़ा चंगा धार्मिक बंदा। दुर्योधन नूं कहने तू सारे पिंड विचों कोई बंदा लभ के लिया जिहड़ा चंगा होवे। वो लभण गया कहना जी मैनूं तां सारे पिंड 'च कोई बंदा चंगा लग्या ही नहीं, कोई है ही नहीं चंगा। जिहा वेखा तिहा वेख। जिहा जिहा तू वेखदा उहा जिहा तैनूं दिखदा। जे सारिਆਂ अंदर वाहिगुरू ਨੂੰ देखीए तो सारिਆਂ 'ਚ वाहिगुरू नज़र आउण लग जांदे ने, ते जे सारिਆਂ ਦੇ अंदर कुछ होर तरह देखीए उस तरह नज़र आउण लग जांदा है। अपनी महाराज कहने हौं ਨੂੰ मेटो, हौं हौं विचों खोवै। अपनी हौं ਨੂੰ मेट के अपने अंदर भी ब्रह्म ਨੂੰ देखो ते दूजे विच भी ब्रह्म ਨੂੰ देखो। जद तक अपना आप अंदर हौमे है, हौं दे विच बैठे हैं, उदों तक आपां दूसरिਆਂ ਦਾ अंदाजा भी हौं विच ही लाउने आ। फिर आपां सारिਆਂ ਨੂੰ माड़ा ही गिणदे, क्योंकि जिहा जिहा मैं आप आ उहो जिहा मैं दूजिਆਂ देखना। जदों मेरे अंदरों हौं मिट गई तां मैं दूजिਆਂ ਨੂੰ भी उस निगाह नाल देखांगा। हुण सारे ही चंगे लगते ने भाई, मैनूं तां कोई माड़ा कहंदे लगदा नहीं, क्योंकि मेरी निगाह ही होर तरह की हो गई। तां महाराज सच्चे पातशाह कहंदे हौं दा भाई त्याग करो। पर करना त्याग ये कल नूं श्रवण करांगे। हौं दा त्याग किवें करना कल नूं श्रवण करांगे, क्योंकि हौं दा विस्तार ही बहुत ज़्यादा है। गुरबाणी अंदर जिन्ना भी वध तो वध आपां पढ़ सकीए। श्री सुखमनी साहिब दे विच काफ़ी महाराज ने 12वीं अष्टपदी विच हौमे नूं ही दस्सिया, ते हौमे बारे काफ़ी चानण सारी गुरबाणी विच ही पाया। तो गुरबाणी नूं पढ़ पढ़ के ये हौं नूं समझ लईए कि हौं है की। जे हौमे बूझे तां दर सूझे, तां सचखंड की प्राप्ति हो सकती है। बस हौं नूं मेटना वड्डा। हौं मिटदी नहीं, हौं नूं आपां नहीं मेट सकते, हौं नूं सिर्फ शब्द मेट सकता। कल नूं यही दसणगे। भाई गुरदास जी ने इसे करके कहा कि हौमे जिहड़ी है इहनूं मेटण दा तरीका की है। पेंसिल नाल गलत लिखता, चुक्को रबड़ ते मेट दिओ। रबड़ नाल मेटिया, पेन नाल लिखिया भी रबड़ा मेट दिंदियां ने। इस तरह सारी चीज़ मिट जाती है, सिर्फ गुरमंत्र है। गुरमंत्र दी रबड़ लो, गल लेखा नूं मेटना शुरू करो। वाहे गुरु वाहे गुरु।